Hello students, in this lecture we will discuss about the measures of trend in time series. So ਉਹਦੇ ਵਾਸਤੇ ਸਾਡੇ ਕੋਲ ਚਾਰ ਤਰ੍ਹਾਂ ਦੇ ਮੈਥਡਸ ਆ ਜਾਂ ਮੈਜਰਸ ਹੈਗੇ ਜਿਹਦੇ ਨਾਲ ਅਸੀਂ ਟਾਈਮ ਸੀਰੀਜ਼ ਦੇ ਵਿੱਚ ਟ੍ਰੈਂਡ ਨੂੰ ਮੈਜਰ ਕਰਦੇ ਹਾਂ। ਸੋ ਫਰਸਟ ਮੈਥਡ ਸਾਡੇ ਕੋਲ ਹੈਗਾ ਗ੍ਰਾਫਿਕ ਮੈਥਡ ਜਾਂ ਇਹਨੂੰ ਅਸੀਂ ਫ੍ਰੀ ਹੈਂਡ ਕਰਵ ਫਿਟਿੰਗ ਮੈਥਡ ਵੀ ਬੋਲਦੇ ਹਾਂ। ਸੈਕੰਡ ਇਜ਼ ਮੈਥਡ ਆਫ ਸੈਮੀ ਐਵਰੇਜਿਸ, ਦੈਨ ਮੈਥਡ ਆਫ ਮੂਵਿੰਗ ਐਵਰੇਜਿਸ ਐਂਡ ਫੋਰਥ ਇਜ਼ ਮੈਥਡ ਆਫ ਲੀਸਟ ਸਕੇਅਰਸ ਔਰ ਕਰਵ ਫਿਟਿੰਗ ਬਾਈ ਦ ਲੀਸਟ ਸਕੇਅਰ। ਹੁਣ ਜਿਹੜਾ ਗ੍ਰਾਫਿਕ ਮੈਥਡ ਹੈਗਾ ਇਹਦੇ ਵਿੱਚ ਜਾਂ ਦੇਖੋ ਇੱਥੇ ਲਿਖਿਆ ਵੀ ਆ ਫ੍ਰੀ ਹੈਂਡ ਕਰਵ ਫਿਟਿੰਗ, ਇਹ ਅਸੀਂ ਇੱਕ ਰਫ ਆਈਡੀਆ ਚੇਂਜ ਦਾ ਜਾਂ ਟਰੈਂਡ ਦਾ ਲਗਾਉਣ ਦੇ ਲਈ ਯੂਜ਼ ਕਰਦੇ ਹਾਂ। ਇਹਨੂੰ ਜ਼ਿਆਦਾਤਰ ਯੂਜ਼ ਨਹੀਂ ਕੀਤਾ ਜਾਂਦਾ ਔਰ ਇਹਦੇ ਤੋਂ ਬਿਲਕੁਲ ਜੋ ਇੱਕ ਐਕੂਰੇਟ ਟਰੈਂਡ ਦਾ ਅਸੀਂ ਪਤਾ ਵੀ ਨਹੀਂ ਲਗਾ ਸਕਦੇ। ਇਹ ਜਸਟ ਇੱਕ ਰਫ ਆਈਡੀਆ ਟਰੈਂਡ ਦਾ ਲਗਾਉਣ ਦੇ ਲਈ ਇੱਕ ਫ੍ਰੀ ਹੈਂਡ ਕਰਵ ਮੈਥਡ ਹੈਗਾ ਆ, ਜਿਹਦੇ ਵਿੱਚ ਕਿ ਅਸੀਂ ਡਾਟਾ ਨੂੰ ਗ੍ਰਾਫ ਦੇ ਉੱਪਰ ਪੁਆਇੰਟਸ ਜਿਹੜੇ ਆ ਉਹ ਲਗਾ ਕੇ ਤੋ ਇੱਕ ਟਰੈਂਡ ਲਾਈਨ ਜਿਹੜੀ ਆ ਫਾਈਂਡ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੋ ਇੱਕ ਸਿਰਫ ਰਫ ਆਈਡੀਆ ਹੁੰਦਾ ਆ, ਇੱਕ ਬਿਲਕੁਲ ਸਟੀਕ ਜਾਂ ਇੱਕ ਰੀਅਲਿਸਟਿਕ ਜਾਂ ਜਿਹੜਾ ਐਕੂਰੇਟ ਬਿਲਕੁਲ ਟਰੈਂਡ ਨੂੰ ਸ਼ੋ ਨਹੀਂ ਕਰਦਾ। ਸੋ ਇਸ ਕਰਕੇ ਇਹਦਾ ਕੋਈ ਜ਼ਿਆਦਾ ਯੂਜ਼ ਵੀ ਨਹੀਂ ਕੀਤਾ ਜਾਂਦਾ। ਫਸਟਲੀ ਅਸੀਂ ਇਸ ਮੈਥਡ ਦੇ ਨਾਲ ਇੱਕ ਐਗਜ਼ਾਮਪਲ ਦੇਖਦੇ ਹਾਂ, ਦੈਨ ਵੀ ਵਿਲ ਡੂ ਦ ਅਦਰ ਮੈਥਡਸ। ਇੱਥੇ ਐਗਜ਼ਾਮਪਲ ਦੇਖ ਸਕਦੇ ਹਾਂ ਕਿ ਕਿਸੇ ਈਅਰ ਦੇ ਲਈ ਕੁਛ ਵੈਲਿਊਜ਼ ਦਿੱਤੀਆਂ। ਵੈਲਿਊਜ਼ ਕੁਛ ਵੀ ਹੋ ਸਕਦੀਆਂ, ਕੋਈ ਪ੍ਰੋਡਕਸ਼ਨ ਹੋ ਸਕਦੀ ਆ, ਡਿਮਾਂਡ ਹੋ ਸਕਦੀ ਆ, ਇਟ ਕੈਨ ਬੀ ਐਨੀਥਿੰਗ। ਸੋ ਅਗਰ ਹੁਣ ਅਸੀਂ ਇਹਨੂੰ ਗ੍ਰਾਫਿਕਲੀ ਮੈਥਡ ਦੇ ਨਾਲ ਟਰੈਂਡ ਇਹਦੇ 'ਚ ਫਾਈਂਡ ਕਰਨਾ ਹੋਵੇ ਕਿ ਕਿਸ ਤਰ੍ਹਾਂ ਦਾ ਟਰੈਂਡ ਟਾਈਮ ਸੀਰੀਜ਼ ਦੇ ਵਿੱਚ ਸ਼ੋ ਹੋ ਰਿਹਾ, ਦੈਨ ਆਪਾਂ ਕੀ ਕਰਾਂਗੇ, ਇੱਕ ਅਸੀਂ ਇਹਦਾ ਗ੍ਰਾਫ ਬਣਾਵਾਂਗੇ ਜਿਹਦੇ ਵਿੱਚ ਕਿ ਇੱਥੇ ਸਾਡੇ ਕੋਲ ਟਾਈਮ ਰਹੇਗਾ ਔਰ ਇੱਧਰ ਸਾਡੇ ਕੋਲ ਵੇਰੀਏਬਲ ਦੀ ਵੈਲਿਊ ਰਹੇਗੀ। ਇਹ ਐਕਸ ਐਕਸਿਸ ਹੈ ਔਰ ਵਾਈ ਐਕਸਿਸ ਆ। ਇਹਦੇ 'ਤੇ ਅਸੀਂ ਟਾਈਮ ਦੇ ਅਕੋਰਡਿੰਗ ਜਿਹੜਾ ਇਕੁਅਲ ਡਰਾ ਕਰ ਲਾਂਗੇ। ਹੁਣ ਇਹਦੇ ਅਗੇਂਸਟ ਜਿਹੜੀਆਂ ਸਾਡੇ ਕੋਲ ਵੈਲਿਊਜ਼ ਹੈਗੀਆਂ ਆ 1 2 3 4 5 ਐਂਡ 6। ਸੋ ਇੱਥੇ ਦੇਖ ਸਕਦੇ ਹਾਂ ਕਿ ਫਸਟ ਈਅਰ ਜਿਹੜਾ 2011 ਆ ਉਹਦੇ ਵਿੱਚ ਵੈਲਿਊ 3 ਆ, ਅਤੇ ਇਹਦੇ ਸਾਹਮਣੇ ਇਸ ਪੁਆਇੰਟ ਦੇ ਉੱਪਰ ਜਿਹੜਾ ਆ ਇਹ ਸਾਡੇ ਕੋਲ ਲਾਈਨ ਬਣ ਜਾਏਗੀ। ਸੈਕਿੰਡ ਦੇ 2012 ਦੇ ਵਿੱਚ 6 ਦੇ ਸਾਹਮਣੇ ਆ, ਤਾਂ ਸਾਡੇ ਕੋਲ ਇੱਥੇ 6 ਦੇ ਸਾਹਮਣੇ ਜਿਹੜਾ ਪੁਆਇੰਟ ਅਸੀਂ ਲਗਾ ਲਿਆ। ਦੈਨ 13 ਦੇ ਵਿੱਚ ਵੈਲਿਊ 1 ਆ, ਅਤੇ ਇੱਥੇ 1 'ਤੇ ਲਗਾ ਲਿਆ। 14 ਦੇ ਵਿੱਚ 5 ਆ, ਅਤੇ 5 'ਤੇ ਲਗਾ ਲਿਆ। 15 ਦੇ ਵਿੱਚ 2 ਆ, ਅਤੇ 2 'ਤੇ ਲਗਾ ਲਿਆ 2 ਦੇ ਸਾਹਮਣੇ। ਹੁਣ ਇਹਨਾਂ ਪੁਆਇੰਟਸ ਨੂੰ ਅਗਰ ਅਸੀਂ ਮਿਲਾਉਣ ਦੀ ਕੋਸ਼ਿਸ਼ ਕਰੀਏ, ਇੱਕ ਲਾਈਨ ਬਣਾਉਣ ਦੀ, ਕਰਵ ਬਣਾਉਣ ਦੀ, ਦੇਖੋ 3 ਤੋਂ 6 'ਤੇ ਗਈ ਵੈਲਿਊ, 3 ਤੋਂ 6 'ਤੇ ਗਈ, 6 ਤੋਂ 1 'ਤੇ ਆਈ, 1 ਤੋਂ 5 'ਤੇ ਗਈ, 5 ਤੋਂ 2 'ਤੇ ਗਈ। ਹੁਣ ਇੱਥੇ ਕਿਸ ਤਰ੍ਹਾਂ ਦਾ ਟਰੈਂਡ ਸ਼ੋ ਹੋ ਰਿਹਾ ਹੈ, ਇਨਕਰੀਜ਼ ਡਿਕਰੀਜ਼ ਔਰ ਪਹਿਲਾਂ ਦੇ ਨਾਲੋਂ ਦੇਖੋ ਪੀਕ ਜਿਹੜੀ ਆ ਉਹ ਡਾਊਨਵਰਡ ਜਾ ਰਹੀ ਆ। ਇੱਥੇ ਪੀਕ ਉੱਪਰ ਆ, ਇੱਥੇ ਪੀਕ ਉਹਦੇ ਮੁਕਾਬਲੇ ਥੱਲੇ ਆ। ਤੋ ਇਹਦਾ ਮਤਲਬ ਅਗੇਨ ਅਸੀਂ ਇਹੀ ਸਪੋਜੀਸ਼ਨ ਲੈ ਕੇ ਚੱਲਾਂਗੇ ਕਿ ਇਹ ਜਿਹੜੀ ਆ ਲਾਈਨ ਆ ਪੀਕ ਆ ਇਹ ਡਿਕਰੀਜ਼ ਹੁੰਦੀ ਜਾਏਗੀ। ਤੋ ਇਸ ਤਰ੍ਹਾਂ ਇੱਕ ਡਾਊਨਵਰਡ ਟਰੈਂਡ ਸ਼ੋ ਹੋ ਰਿਹਾ, ਫਿਰ ਇਹਦਾ ਮਤਲਬ ਇੱਥੇ ਟਰੈਂਡ ਕਾਹਦਾ ਆ, ਡਾਊਨਵਰਡ। ਤੋ ਇਹ ਅਸੀਂ ਦੇਖ ਸਕਦੇ ਹਾਂ ਕਿ ਦਿਸ ਇਜ਼ ਸਮਥਿੰਗ ਕਨਫਿਊਜ਼ਿੰਗ। ਇਹਦੇ ਵਿੱਚ ਇੱਕ ਕਲੀਅਰ ਕੱਟ ਟਰੈਂਡ ਨਹੀਂ ਸਾਨੂੰ ਪਤਾ ਚੱਲ ਰਿਹਾ ਕਿ ਜਿਹੜੀ ਟਰੈਂਡ ਲਾਈਨ ਅਸੀਂ ਇੱਕ ਡਰਾ 'ਤੇ ਕੀਤੀ ਆ, ਬਟ ਇਟ ਇਜ਼ ਮੇਅਰਲੀ ਬੇਸਡ ਔਨ ਆਰ ਸਪੋਜੀਸ਼ਨ। ਇਹ ਟਰੈਂਡ ਲਾਈਨ ਜਿਹੜੀ ਆ ਤੋ ਇਹ ਡਾਟਾ ਤੋਂ ਨਹੀਂ ਮਿਲੀ, ਅਸੀਂ ਐਕਸਪੋਜ਼ ਕੀਤਾ ਇਹਨੂੰ ਓਬਜ਼ਰਵ ਕਰਕੇ ਓਬਜ਼ਰਵੇਸ਼ਨਸ ਨੂੰ, ਇੱਥੇ ਕਰਵ ਨੂੰ, ਕਿ ਦੇਖੋ ਪੀਕ ਅਪ ਜਾ ਰਹੀ ਆ, ਫਿਰ ਪੀਕ ਉਹਦੇ ਮੁਕਾਬਲੇ ਲੋ ਲੈਵਲ 'ਤੇ ਆ, ਫਿਰ ਹੋ ਸਕਦਾ ਅੱਗੇ ਇਸੇ ਤਰ੍ਹਾਂ ਇਹ ਟਰੈਂਡ ਜਿਹੜਾ ਚੱਲਦਾ ਰਹੇ। ਤੋ ਇਹ ਟਰੈਂਡ ਲਾਈਨ ਜਿਹੜੀ ਆ ਅਸੀਂ ਇੱਕ ਸਪੋਜੀਸ਼ਨ ਦੇ ਬੇਸਿਸ 'ਤੇ ਬਣਾਈ ਹੈ। ਸੋ ਇਸ ਕਰਕੇ ਗ੍ਰਾਫਿਕ ਮੈਥਡ ਇੱਕ ਰਫ ਆਈਡੀਆ ਦਿੰਦਾ ਆ ਔਰ ਇਹਦਾ ਇਸੇ ਕਰਕੇ ਜ਼ਿਆਦਾ ਕੋਈ ਯੂਜ਼ ਨਹੀਂ ਹੈਗਾ। ਨਾਓ ਵੀ ਆਰ ਮੂਵਿੰਗ ਟੂ ਸੈਮੀ ਐਵਰੇਜ ਮੈਥਡ। ਹੁਣ ਸੈਮੀ ਐਵਰੇਜ ਮੈਥਡ ਦੇ ਵਿੱਚ ਜਿਸ ਤਰ੍ਹਾਂ ਨਾਮ ਤੋਂ ਹੀ ਕਲੀਅਰ ਆ, ਸੈਮੀ ਐਵਰੇਜਿਸ ਫਾਈਂਡ ਕਰਨੀ ਆ। ਸੈਮੀ ਦਾ ਮਤਲਬ ਕੀ ਹੁੰਦਾ, ਜਦੋਂ ਆਪਾਂ ਕਿਸੇ ਚੀਜ਼ ਨੂੰ 2 ਪਾਰਟਸ ਦੇ ਵਿੱਚ ਡਿਵਾਈਡ ਕਰ ਦਿੰਦੇ ਹਾਂ ਤਾਂ ਉਹ ਸਾਡੇ ਕੋਲ ਬਣ ਜਾਂਦਾ ਸੈਮੀ, ਹਾਫ। ਸੈਮੀ ਦਾ ਮਤਲਬ ਹਾਫ ਹੋ ਗਿਆ। ਸੈਮੀ ਐਵਰੇਜਿਸ ਦੈਟ ਮੀਨਸ ਜਿੰਨਾ ਵੀ ਡਾਟਾ ਆ ਉਹ ਸਾਰੇ ਡਾਟਾ ਨੂੰ ਆਪਾਂ ਹਾਫ ਦੇ ਵਿੱਚ 2 ਪਾਰਟਸ ਦੇ ਵਿੱਚ ਡਿਵਾਈਡ ਕਰ ਲਿਆ, ਫਿਰ ਉਹਨਾਂ ਦੀ ਆਪਾਂ ਸਿੰਪਲ ਐਵਰੇਜ ਕੱਢ ਲਈ। ਬੜਾ ਈਜ਼ੀ ਜਿਹਾ ਕੰਮ ਆ। ਦੇਖੋ ਸਪੋਜ਼ ਜਿਹਦਾ 7 ਈਅਰਸ ਦਾ ਡਾਟਾ ਦਿੱਤਾ ਆ, 3 ਇੱਕ 'ਚ ਆ ਗਿਆ, 3 ਇੱਕ 'ਚ ਜਿਹੜਾ ਸੈਂਟਰ 'ਚ ਆ ਉਹ ਅਸੀਂ ਛੱਡ ਦੇਣਾ। ਤੋ ਉੱਪਰ ਵਾਲੇ ਤਿੰਨਾਂ ਨੂੰ ਐਡ ਕਰਕੇ 3 ਨਾਲ ਡਿਵਾਈਡ ਕਰ ਲਿਆ ਔਰ ਸਿੰਪਲ ਐਵਰੇਜ ਕੱਢ ਲਈ, ਨੀਚੇ ਵਾਲਿਆਂ ਦੀ ਵੀ ਐਵਰੇਜ ਅਸੀਂ ਤੇ ਦੂਜੇ ਗਰੁੱਪ ਦੀ ਕੱਢ ਲਈ। ਤੋ ਸੈਮੀ ਐਵਰੇਜਿਸ ਆ ਗਈਆਂ ਸਾਡੇ ਕੋਲ। ਹੁਣ ਅਸੀਂ ਇਹਨੂੰ ਨੂਮੈਰੀਕਲ ਦੀ ਹੈਲਪ ਨਾਲ ਦੇਖਦੇ ਹਾਂ ਕਿ ਕਿਸ ਤਰ੍ਹਾਂ ਸੈਮੀ ਐਵਰੇਜਿਸ ਮੈਥਡ ਅਸੀਂ ਅਪਲਾਈ ਕਰਦੇ ਹਾਂ।
ਹੁਣ ਦੇਖੋ ਇੱਥੇ ਮੈਂ ਡਾਟਾ ਲਿਆ ਆ, ਇੱਕ ਸੀਰੀਜ਼ ਦਿੱਤੀ ਹੈ ਸਾਡੇ ਕੋਲ 2009 ਟੂ 2015 ਤੱਕ। ਉਹਦੇ ਲਈ ਸਾਨੂੰ ਸੇਲਸ ਦਿੱਤੀਆਂ ਹੈ, ਈਅਰਲੀ ਡਾਟਾ ਆ, ਐਨੂਅਲੀ ਸੇਲਸ ਦਿੱਤੀਆਂ ਆ। ਹੁਣ ਅਸੀਂ ਤੇ ਸੈਮੀ ਐਵਰੇਜ ਮੈਥਡ ਅਪਲਾਈ ਕਰਕੇ ਟ੍ਰੈਂਡ ਫਾਈਂਡ ਕਰਨਾ। ਤਾਂ ਸੈਮੀ ਐਵਰੇਜ ਦੇ ਲਈ ਅਸੀਂ ਕੀ ਕਰਨਾ ਕਿ 2 ਪਾਰਟਸ ਦੇ ਵਿੱਚ ਡਾਟਾ ਡਿਵਾਈਡ ਕਰਨਾ। ਦੇਖੋ ਕਿੰਨੇ ਈਅਰਸ ਹੈਗੇ ਇੱਥੇ ਸਾਡੇ ਕੋਲ 7 ਈਅਰਸ ਆ। 7 ਈਅਰ ਦਾ ਇਹਦਾ ਮਤਲਬ ਔਡ ਸੀਰੀਜ਼ ਆ ਇਹ। ਔਡ ਸੀਰੀਜ਼ ਹੋਣ ਦੇ ਕੇਸ ਦੇ ਵਿੱਚ ਅਸੀਂ ਦੇਖੋ ਕੀ ਕਰਾਂਗੇ, ਜਿਹੜੀ ਮਿਡਲ ਵੈਲਿਊ ਉਹਨੂੰ ਓਮਿਟ ਕਰ ਦਾਂਗੇ, ਮਤਲਬ ਕਿ ਛੱਡ ਦਾਂਗੇ। ਹੁਣ ਦੇਖੋ 3 ਅਸੀਂ ਇੱਥੇ ਅਗਰ ਗਰੁੱਪ ਬਣਾਉਣੇ ਹੋਣ, ਨਾ ਤਾਂ 4-4 ਦਾ ਬਣਦਾ, ਨਾ 3-3 ਦਾ, ਕਿਉਂਕਿ 7 ਵੈਲਿਊਜ਼ ਆ। ਤਾਂ ਜਿਹੜੀ ਸੈਂਟਰ ਵਾਲੀ 7th ਵੈਲਿਊ ਹੈ ਨਾ, ਉਹਨੂੰ ਅਸੀਂ ਜਿਹੜੀ 4th ਵੈਲਿਊ ਉਹਨੂੰ ਛੱਡ ਦਾਂਗੇ। ਉੱਪਰ ਵੀ 3 ਦਾ ਗਰੁੱਪ, ਨੀਚੇ ਵੀ 3 ਦਾ ਬਣ ਗਿਆ। ਜਿਹੜੀ ਸੈਂਟਰ ਵਾਲੀ ਵੈਲਿਊ ਹੈ ਇਹਨੂੰ ਅਸੀਂ ਛੱਡਤਾ, ਠੀਕ ਹੈ। ਤਾਂ ਹੁਣ ਸੈਮੀ ਐਵਰੇਜਿਸ 2 ਗਰੁੱਪਸ ਦੇ ਵਿੱਚ ਡਾਟਾ ਡਿਵਾਈਡ ਹੋ ਗਿਆ। ਆ ਸੈਂਟਰ ਵੈਲਿਊ ਛੱਡਤੀ, ਉੱਪਰ ਗਰੁੱਪ ਬਣ ਗਿਆ, ਇੱਕ ਨੀਚੇ ਗਰੁੱਪ ਬਣ ਗਿਆ 3-3 ਦਾ। ਹੁਣ ਇਹਨਾਂ ਦੀ ਅਸੀਂ ਐਵਰੇਜ ਫਾਈਂਡ ਕਰਨੀ। ਐਵਰੇਜ ਕਿੱਦਾਂ ਫਾਈਂਡ ਕਰਨੀ ਆ? ਦੇਖੋ ਇਹਦੇ ਸਾਹਮਣੇ ਜਿਹੜੀਆਂ ਤਿੰਨੋਂ ਵੈਲਿਊਜ਼ ਐਡ ਕਰਕੇ ਉਹਨੂੰ 3 ਨਾਲ ਡਿਵਾਈਡ ਕਰਾਂਗੇ ਨਾ। ਅਰਿਥਮੈਟਿਕ ਮੀਨ ਕਿੱਦਾਂ ਫਾਈਂਡ ਕਰੀਦਾ ਸੀ? ਐਵਰੇਜ ਸਮੇਸ਼ਨ ਸਮ ਆਫ ਆਲ ਦਾ ਵੈਲਿਊਜ਼ ਡਿਵਾਈਡਡ ਬਾਈ ਨੰਬਰ ਆਫ ਆਬਜ਼ਰਵੇਸ਼ਨ। ਤਾਂ ਇੱਦਾਂ ਹੀ ਇੱਥੇ 3 ਆਬਜ਼ਰਵੇਸ਼ਨਸ ਆ, ਸਾਡੇ ਕੋਲ 3 ਸਾਲ ਦਾ ਡਾਟਾ ਹੈ। 3 ਦੇ ਨਾਲ ਇਹਨੂੰ ਅਸੀਂ ਫਿਰ ਡਿਵਾਈਡ ਕਰ ਦਾਂਗੇ। 17 18 + 16 ਡਿਵਾਈਡਡ ਬਾਈ 3, ਇਹ ਸਾਡੇ ਕੋਲ ਇੱਥੇ ਆ ਗਿਆ 17। ਇੱਦਾਂ ਹੀ ਆਹ 3 ਸਾਲਾਂ ਦਾ ਅਸੀਂ ਕਰਾਂਗੇ। 12 9 12 ਓਵਰ 3, ਇਹ ਸਾਡੇ ਕੋਲ ਆ ਗਿਆ 11। ਅੱਛਾ ਹੁਣ ਦੇਖੀਏ ਕਿ ਤਿੰਨਾਂ ਦੇ ਵਿਚਕਾਰ ਅਸੀਂ ਐਵਰੇਜ ਲਿਖਾਂਗੇ ਕਿੱਥੇ? ਇਹਦੇ 2010 ਦੇ ਸਾਹਮਣੇ ਲਿਖਾਂਗੇ, ਕਿਉਂਕਿ ਸੈਂਟਰ ਦੇ ਵਿੱਚ ਆ। ਤਾਂ ਸੈਂਟਰ ਤਿੰਨਾਂ ਦੇ ਸੈਂਟਰ 'ਚ ਵੈਲਿਊ ਲਿਖਾਂਗੇ ਐਵਰੇਜ ਦੀ। ਤਾਂ ਇਹ 17 ਅਸੀਂ 10 ਦੇ ਸਾਹਮਣੇ ਲਿਖਾਂਗੇ। ਇੱਦਾਂ ਹੀ ਨਾ ਤਿੰਨਾਂ ਦਾ ਮਿਡ ਕੀ ਆ 14 ਆ, ਇਹ 11 ਇਹਦੇ ਸਾਹਮਣੇ ਲਿਖਾਂਗੇ। ਹੁਣ ਅਸੀਂ ਟਰੈਂਡ ਕੈਲਕੂਲੇਟ ਕਰਨਾ। ਟਰੈਂਡ ਕਿੱਦਾਂ ਕੈਲਕੂਲੇਟ ਕਰੀਦਾ? ਆ ਜਿਹੜੀਆਂ ਵੈਲਿਊਜ਼ ਆ, ਇੱਥੋਂ ਸਾਡੇ ਕੋਲ ਫਾਰਮੂਲਾ ਹੁੰਦਾ ਐਨੂਅਲ ਚੇਂਜ। ਟਰੈਂਡ ਦਾ ਮਤਲਬ ਕੀ ਆ ਕਿ ਐਨੂਅਲੀ ਕਿੰਨਾ ਚੇਂਜ ਆ ਰਿਹਾ। ਸੋ ਉਹਦੇ ਵਾਸਤੇ ਸਾਡੇ ਕੋਲ ਫਾਰਮੂਲਾ ਹੁੰਦਾ ਆ ਕਿ ਡਿਫਰੈਂਸ ਆਫ ਸੈਮੀ ਐਵਰੇਜ ਵੈਲਿਊਜ਼। ਆ ਜਿਹੜੀਆਂ ਵੈਲਿਊਜ਼ ਆ, ਡਿਫਰੈਂਸ ਆਫ ਸੈਮੀ ਐਵਰੇਜ ਵੈਲਿਊਜ਼ divided by difference of years to which semi average belong. Difference of years to which semi averages belong. That means कि जिन्होंने years के सामने semi averages लिखियां ना, यही मतलब होया difference of केड़े years का difference लेना, difference of years to which semi averages ਬਿਲੋਂਗ। ਹੁਣ ਸੈਮੀ ਐਵਰੇਜ ਕਿਹਦੇ ਸਾਹਮਣੇ? ਇੱਕ 2014 ਦੇ ਸਾਹਮਣੇ, ਇੱਕ 2010 ਦੇ ਸਾਹਮਣੇ। ਇਹਨਾਂ ਦਾ ਅਸੀਂ ਡਿਫਰੈਂਸ ਲੈਣਾ 2014 ਐਂਡ 10 ਦਾ। ਤਾਂ ਇੱਥੇ ਐਨੂਅਲ ਚੇਂਜ ਅਸੀਂ ਇੱਥੇ ਲਵਾਂਗੇ। ਐਨੂਅਲ ਚੇਂਜ ਕਿੰਨਾ? ਡਿਫਰੈਂਸ ਆਫ ਸੈਮੀ ਐਵਰੇਜ ਵੈਲਿਊ ਕਿੰਨਾ ਆ ਗਿਆ? 17 - 11 ਡਿਵਾਈਡਡ ਬਾਈ ਈਅਰਸ। ਕਿਹੜੇ ਈਅਰਸ ਆ ਇਹਨਾਂ ਸੈਮੀ ਐਵਰੇਜ ਵੈਲਿਊਜ਼ ਨੂੰ ਬਿਲੋਂਗ ਕਰਦੇ? ਜਿਹੜੇ 2014 ਐਂਡ 10। ਤੇ ਇਹ ਸਾਡੇ ਕੋਲ ਇੱਥੇ ਆ ਗਿਆ 6/4 1.5। ਹੁਣ ਇਹ 1.5 ਜਿਹੜਾ ਆਇਆ ਸਾਡੇ ਕੋਲ, ਜਿਹੜੀ ਤੇ ਵੈਲਿਊ ਸੈਮੀ ਐਵਰੇਜ ਈਅਰ ਦੇ ਨਾਲ ਬਿਲੋਂਗ ਕਰਦੀ, ਉਹਨੂੰ ਤਾਂ ਅਸੀਂ ਸੇਮ ਇੱਥੇ ਸੈਮੀ ਐਵਰੇਜ ਸੇਮ ਲਿਖ ਦੇਣੀ। 2010 ਦੇ ਸਾਹਮਣੇ ਆਉਣੀ ਸੀ 17, ਇਹਨੂੰ ਐਜ਼ ਇਟ ਇਜ਼ ਲਿਖਤਾ। ਇੱਦਾਂ 2014 ਦੇ ਸਾਹਮਣੇ ਕਿੰਨੀ ਆਉਣੀ ਆ ਵੈਲਿਊ? 11, ਉਹਨੂੰ ਐਜ਼ ਇਟ ਇਜ਼ ਲਿਖ ਦਿੱਤਾ। ਜਿਹੜੀ ਵੈਲਿਊ ਅਸੀਂ ਵਿੱਚੋਂ ਇੱਥੇ ਓਮਿਟ ਕੀਤੀ ਸੀ ਉਹਨੂੰ ਵੀ ਐਜ਼ ਇਟ ਇਜ਼ ਹੀ ਲਿਖਾਂਗੇ, ਕਿਉਂਕਿ ਉਹਦੇ ਲਈ ਤਾਂ ਆਪਾਂ ਟਰੈਂਡ ਫਾਈਂਡ ਕੀਤਾ ਹੀ ਨਹੀਂ ਨਾ, ਇਸ ਕਰਕੇ ਇਹਨੂੰ ਐਗਜ਼ੈਕਟਲੀ ਉੱਦਾਂ ਹੀ ਲਿਖਤਾ। 2012 ਓਮਿਟ ਕੀਤੀ ਸੀ। ਸੋ ਜਿਹੜੀਆਂ ਵੈਲਿਊਜ਼ ਜਿਹੜੇ ਈਅਰ ਸਾਹਮਣੇ ਟਰੈਂਡ ਸਾਡੇ ਕੋਲ ਸੈਮੀ ਐਵਰੇਜ ਸੀ ਉਹ ਸੇਮ ਰਹਿ ਗਈ, ਜਿਹੜੀ ਸਾਡੇ ਕੋਲ ਓਮਿਟ ਕੀਤੀ ਸੀ ਉਹ ਵੀ ਸੇਮ ਰਹਿ ਗਈ। ਹੁਣ ਜਿਹੜੀਆਂ ਬਾਕੀ ਬਚੀਆਂ, ਜਿੱਦਾਂ 2009 ਦੇ ਲਈ, 11 ਦੇ ਲਈ, ਇੱਥੇ 13 ਦੇ ਲਈ ਐਂਡ 15 ਦੇ ਲਈ, ਇਹ ਅਸੀਂ ਵੈਲਿਊਜ਼ ਜਿਹੜੀਆਂ ਲਿਖਣੀਆਂ ਉਹ ਵੈਲਿਊਜ਼ ਸਾਡੇ ਕੋਲ ਕਿੱਦਾਂ ਆਊਗੀਆਂ? ਉਹ ਵੈਲਿਊਜ਼ ਫਾਈਂਡ ਕਰਨ ਦੇ ਲਈ ਅਸੀਂ ਕੀ ਕਰਨਾ? ਜਿਹੜੀ 1.5 ਆਈ ਹੈ ਨਾ, ਹੁਣ ਇਹ 1.5 ਅਸੀਂ ਕੀ ਕਰਾਂਗੇ? ਇੱਥੇ ਮਾਈਨਸ ਕਰਾਂਗੇ। ਕਿਹਦੇ ਵਿੱਚੋਂ ਮਾਈਨਸ ਕਰਾਂਗੇ? ਆ 17 ਆ, 17 ਦੇ ਅਬਵ ਲਿਖਣੀ ਨਾ 2009 ਦੀ ਵੈਲਿਊ। ਤਾਂ ਦੇਖੋ ਪਿੱਛੇ ਇਹ ਜਿਹੜੀ ਇਹਦੇ ਪਿੱਛੇ ਵੈਲਿਊ ਜਾਏਗੀ ਉਹ ਅਸੀਂ ਮਾਈਨਸ ਕਰਕੇ ਲਿਖਾਂਗੇ। ਹੁਣ 1.5 ਇੱਥੇ ਮਾਈਨਸ ਕਰਤੇ ਤੇ ਵੈਲਿਊ ਕਿੰਨੀ ਬਚ ਗਈ? 15.5। ਨੈਕਸਟ ਆ ਗਈ 17। ਹੁਣ ਅਸੀਂ 2011 ਦੇ ਲਈ ਵੈਲਿਊ ਜਦੋਂ ਅੱਗੇ ਜਾਵਾਂਗੇ ਤਾਂ ਐਡ ਕਰਨੀ ਆ। ਹੁਣ 2011 ਦੇ ਲਈ ਜਦੋਂ 17 ਦੇ ਵਿੱਚ 1.5 ਐਡ ਕੀਤੇ, ਬਣ ਗਈ 18.5। ਇੱਥੇ ਹੁਣ 13 ਆ,
ਇਹ ਤਾਂ ਐਜ਼ ਇਟ ਇਜ਼ ਹੀ ਰਹੀ, ਇਹਨੂੰ ਤਾਂ ਅਸੀਂ ਇਹ ਕੋਈ ਟ੍ਰੈਂਡ ਸਾਡੇ ਕੋਲ ਇੱਥੇ ਅਸੀਂ ਐਨੂਅਲ ਚੇਂਜ ਦੇ ਨਾਲ ਇਹਨੂੰ ਕੁਛ ਨਹੀਂ ਕੀਤਾ, ਇਹ ਐਜ਼ ਇਟ ਇਜ਼ ਹੀ ਸੀ। ਹੁਣ ਇੱਥੇ 11 ਤੇ ਆ ਜਾਓ, 11 ਦੇ ਅਗਰ ਅਬਵ ਅਸੀਂ ਵੈਲਿਊ ਲਿਖਣੀ ਆ ਤੇ ਮਾਈਨਸ ਕਰਕੇ ਲਿਖਾਂਗੇ, ਨੀਚੇ ਲਿਖਣੀ ਹੈ ਤਾਂ ਪਲੱਸ ਕਰਕੇ ਲਿਖਾਂਗੇ। ਹੁਣ 2013 ਇਹਦੇ ਅਬਵ ਆ, ਅਬਵ ਦੇ ਲਈ ਵੈਲਿਊ ਅਸੀਂ ਮਾਈਨਸ ਕਰਕੇ, ਕਿੰਨਾ ਮਾਈਨਸ ਕਰਨਾ 1.5, 11 ਚੋਂ 1.5 ਮਾਈਨਸ ਕੀਤਾ 9.5, ਅਗਲੀ ਵੈਲਿਊ ਲਿਖਣੀ ਹੈ 11 ਤੋਂ ਤੇ ਉਹ ਬਣ ਗਈ 12.5। तो इस तरह ये साडे कोल जिहड़ा इत्थे आ वो ट्रेंड ईयरली आ गया। सो ये सैमी एवरेज मैथड हो गया ऑड सीरीज़ दे लई। अगर असी ईवन सीरीज़ दे लई करना होवे तो इहदे विच साडे कोल एग्जैक्टली ग्रुप बन जाणगे, 3-3 दा बन सकदा, 4-4 दा, 5-5 दा बन सकदा। तो उहदे विच दैट मीनस कि नंबर ऑफ जिहड़ा साडे कोल इत्थे सीरीज़ दे विच डाटा होएगा वो एक ईवन नंबर आ, उहदे विच कोई भी सानू सेंटर वैल्यू ओमिट जिहड़ी नहीं करनी पेगी। इदां दी भी असी एक एग्जाम्पल जिहड़ी आ वो करके देखते हैं। हुण इत्थे साडे कोल जिहड़ा डाटा दिता है वो दिता 12 मंथ्स के लिए, दैट मीनस कि एक ईवन सीरीज़ आ। हुण 12 मंथ्स की अगर सैमी एवरेजिस कढनियां होणगियां तां 6 मंथ का ग्रुप बनेगा साडे कोल। इत्थे देखो अप्रैल 2012 तो मार्च 2013 तक का डाटा है। हुण असीं 6 का ग्रुप बना लांगे। इन्हां दा अगर असी इत्थे सारियां नूं ऐड करके 6 नाल डिवाइड किया तो ये बन गया साडे कोल 1650 डिवाइडेड बाय 6 275। इस तरह इन्हां दा हो गया साडे कोल 1290 डिवाइडेड बाय 6 215। ये दोनों सैमी एवरेजिस आ गई, लेकिन इनू असी लिखांगे कित्थे। हुण देखो ये 6 है, 6 मंथ का हाफ तो जिहड़ा आ उहदे विच असीं इहनूं हुण 3 दे सामने लिखीए कि 4 दे सामने लिखीए। इत्थे असीं 3 एंड 4 दे मिड च लिखांगे। इस तरह इहदे विच भी असीं की करांगे कि इहनूं 3 एंड 4 दे मिड च लिखांगे, दिसंबर एंड जनवरी दे। इत्थे ये वैल्यू इहदे मिड च आएगी। तो ये साडे कोल सैमी एवरेजिस आ गई। हुण इस केस दे विच अगर असीं ट्रेंड कैलकुलेट करना होवे तो ट्रेंड दे लई फिलहाल तो ये क्योंकि मंथली डाटा है तो इत्थे असीं ट्रेंड दे लई नहीं सॉल्व कर रहे। लेकिन अगर असीं सपोज इत्थे ईयरली हुंदे, इत्थे 12 ईयर का डाटा हुंदा तो फिर असीं इत्थे ट्रेंड दे लई एनुअल चेंज किद्दां मैजर करना सी कि दैट मीनस कि इत्थे किन्नी वैल्यू प्लस करनी है, किन्नी माइनस करनी आ। उहदे वास्ते असीं जिहड़ा आ वो एनुअल चेंज आ वो किस तरह कैलकुलेट करना सी। हुण देखो क्योंकि इत्थे मिड दी विच मैं दस्सिया, जिद्दां सपोज इहनूं अगर असीं ईयरली डाटा सपोज करिए तो 2012 13 14 एंड 15 14 एंड 15 का मिड है ना, तो फिर असी इनू केड़ा ईयर लवांगे 14 एंड 15 का मिड 14.5 लवांगे। तो इस तरह इत्थे अगर हुण सारियां दा अगर देख लीए 16 17 18 19 20 21 22 एंड 23 तक बनता है। 20 21 तो 2020 एंड 21 का मिड की बनया 2020.5। तो इत्थे असी फिर डिफरेंस की लेना सीगा, डिफरेंस ऑफ ईयर्स टू विच सैमी एवरेजिस बिलोंग 2020.5 माइनस 2014.5 एंड जिहड़ा इत्थे एवरेजिस का डिफरेंस कितना है 275 माइनस 215। ये साडे कोल इत्थे इस तरह असी ट्रेंड कैलकुलेट करना सी। सो इस क्वेश्चन च सानू ट्रेंड नहीं पूछा है तो असी नहीं कर रहे, अदरवाइज तुसी इस तरह कर सकते हो कि इन केस ईवन सीरीज़ आ जाती है तो ईवन सीरीज़ के केस एनुअल चेंज मैजर करन दे लई तुसी जिहड़ा इत्थे ईयर लैना, इहनूं वैल्यू नूं उहदे मिड च लिखिया करके दोहां दा सेंटर वैल्यू लोगे। जिद्दां 2014 15 आ तो ना तो क्योंकि एग्जैक्टली वैल्यू 14 के सामने आ ना 15 दे 2014.5। इस तरह इत्थे साडे कोल ना 2020 के सामने सी ना 21 दे, तो 2021 का मिड ले लेना असी 20.5। सो वो असी ईयर्स लैके इत्थे एनुअल चेंज लवांगे। फिर वो जिन्ना एनुअल चेंज आया वो उपर वालियां वैल्यू दे विच असी की करते हैं उहनूं, जिद्दां इत्थे 275 आ, इत्थे उहदे अबव वालियां वैल्यू दे विच असी उहनूं माइनस करते हैं और नीचे वालियां वैल्यूज़ दे विच प्लस करते जाते हैं। एंड दैन क्योंकि साडे कोले जिहड़ियां वैल्यूज़ आ वो एग्जैक्टली इहदे सामने तो फिर नहीं आएगी वैल्यू, तो
ਸੈਂਟਰ ਵੈਲਿਊਜ਼ ਹੀ ਆਉਣਗੀਆਂ, ਜਿਹੜੀਆਂ ਵੀ ਆਉਣਗੀਆਂ ਫਿਰ ਇਹਨਾਂ ਦੇ ਇੱਥੇ ਵੀ ਇਹਦੇ ਮਿਡ ਦੀ ਆਏਗੀ, ਇੱਥੇ ਵੀ, ਉਹਨੂੰ ਸਾਨੂੰ ਬੈਲੈਂਸ ਕਰਨਾ ਪੈਂਦਾ। ਇਸ ਕਰਕੇ ਜਦੋਂ ਈਵਨ ਸੀਰੀਜ਼ ਵਾਲਾ ਕੇਸ ਆ ਜਾਏ ਸੈਮੀ ਐਵਰੇਜਿਸ ਮੈਥਡ ਦੇ ਵਿੱਚ, ਤਾਂ ਉੱਥੇ ਆਮ ਤੌਰ 'ਤੇ ਸਾਨੂੰ ਜਿਹੜਾ ਆ ਉਹ ਇਹ ਟਰੈਂਡ ਕੈਲਕੂਲੇਟ ਕਰਨ ਦੇ ਲਈ ਨਹੀਂ ਕਿਹਾ ਜਾਂਦਾ, ਬਿਕੋਜ਼ ਉਹਦੇ ਨਾਲ ਉਹ ਫਿਰ ਅੱਗੇ ਫਰਦਰ ਪ੍ਰੋਸੀਜਰ ਹੋਰ ਹੋ ਜਾਂਦਾ ਆ, ਜਿਹਦੇ ਨਾਲ ਪਹਿਲੇ ਸਾਨੂੰ ਐਗਜ਼ੈਕਟਲੀ ਕੈਲਕੂਲੇਟ ਕਰਕੇ ਵੈਲਿਊਜ਼ ਕਿਸੇ ਈਅਰ ਜਾਂ ਮੰਥਸ ਦੇ ਸਾਹਮਣੇ ਲੈ ਕੇ ਆਉਣੀਆਂ ਪੈਂਦੀਆਂ, ਐਗਜ਼ੈਕਟਲੀ ਸਾਹਮਣੇ ਮਿਡ ਦੇ ਵਿੱਚ, ਦੋਹਾਂ ਦੇ ਮਿਡ ਦੇ ਵਿੱਚ ਅਸੀਂ ਉਹਨਾਂ ਨੂੰ ਫਿਰ ਨਹੀਂ ਯੂਜ਼ ਕਰ ਸਕਦੇ। ਤਾਂ ਇਸ ਕਰਕੇ ਉਹ ਵਾਲਾ ਜੋ ਮੈਥਡ ਹੈਗਾ ਕਿ ਕਿਸ ਤਰ੍ਹਾਂ ਅਸੀਂ ਇਹ ਵੈਲਿਊਜ਼ ਨੂੰ ਈਵਨ ਸੀਰੀਜ਼ ਦੇ ਕੇਸ ਦੇ ਵਿੱਚ ਅੱਗੇ ਸੈਂਟਰ ਦੇ ਬਿਲਕੁਲ ਸੈਂਟਰ ਤੋਂ ਐਗਜ਼ੈਕਟਲੀ ਕਿਸੇ ਈਅਰ ਦੇ ਸਾਹਮਣੇ ਲੈ ਕੇ ਆਉਂਦੇ ਹਾਂ, ਉਹ ਅਸੀਂ ਮੂਵਿੰਗ ਐਵਰੇਜ ਦੇ ਵਿੱਚ ਦੇਖਾਂਗੇ। ਤਾਂ ਜ਼ਿਆਦਾਤਰ ਉਹ ਮੂਵਿੰਗ ਐਵਰੇਜ ਦੇ ਵਿੱਚ ਹੀ ਪੁੱਛਿਆ ਜਾਂਦਾ। ਸੈਮੀ ਐਵਰੇਜ ਦੇ ਵਿੱਚ ਅਗਰ ਔਡ ਸੀਰੀਜ਼ ਆ ਤਾਂ ਤੁਹਾਨੂੰ ਇਹ YC ਕੈਲਕੂਲੇਟ ਕਰਨ ਲਈ ਕਿਹਾ ਜਾ ਸਕਦਾ ਆ। ਅਗਰ ਈਵਨ ਸੀਰੀਜ਼ ਦਾ ਕੇਸ ਆ ਤੇ ਚਾਂਸਿਸ ਆਰ ਮਿਨੀਮਮ ਕਿ ਤੁਹਾਨੂੰ ਜਿਹੜਾ ਇੱਥੇ ਟ੍ਰੈਂਡ ਆ ਉਹ ਕੈਲਕੂਲੇਟ ਕਰਨ ਲਈ ਕਿਹਾ ਜਾਵੇ। ਅਦਰਵਾਈਜ਼ ਅਗਰ ਇਹ ਵੈਲਿਊ ਅਸੀਂ ਇੱਥੇ ਕਿ ਕਿੰਨਾ ਐਨੂਅਲ ਚੇਂਜ ਕਿੰਨਾ ਹੈ, ਉਹ ਤੁਸੀਂ ਇਸ ਤਰ੍ਹਾਂ ਫਾਈਂਡ ਕਰ ਸਕਦੇ ਹੋ ਕਿ ਐਨੂਅਲ ਚੇਂਜ ਜਿਹੜਾ ਆ ਉਹ ਸਿੰਪਲ ਫਾਰਮੂਲਾ ਜਿੱਦਾਂ ਪਹਿਲਾਂ ਯੂਜ਼ ਕੀਤਾ ਔਡ ਸੀਰੀਜ਼ ਲਈ, ਇੱਦਾਂ ਹੀ ਅਸੀਂ ਈਵਨ ਸੀਰੀਜ਼ ਲਈ ਯੂਜ਼ ਕਰਾਂਗੇ। ਤਾਂ ਮੂਵਿੰਗ ਐਵਰੇਜ ਮੈਥਡ ਦੇ ਕੇਸ ਦੇ ਵਿੱਚ ਅਸੀਂ ਔਡ ਐਂਡ ਈਵਨ ਸੀਰੀਜ਼ ਦੋਨਾਂ ਦੇ ਲਈ ਇਹ ਜਿਹੜਾ ਤਰੀਕਾ ਹੈਗਾ ਦੇਖਾਂਗੇ ਕਿ ਅਗਰ ਸਾਡੇ ਕੋਲ ਮੂਵਿੰਗ ਐਵਰੇਜ ਜਿਹੜੀ ਆ 4 ਈਅਰ ਲਈ ਪੁੱਛ ਲਈ ਜਾਂ 3 ਈਅਰ ਲਈ ਪੁੱਛ ਲਈ, ਤਾਂ ਕਿਸ ਤਰ੍ਹਾਂ ਅਸੀਂ ਜਿਹੜਾ ਆ ਇਹ ਫਿਰ ਸੈਂਟਰ ਦੇ ਵਿੱਚ ਵੈਲਿਊ ਜਿਹੜੀ ਆ ਈਵਨ ਕੇਸਿਸ ਦੇ ਵਿੱਚ ਲੈ ਕੇ ਆਉਣੀ ਆ। ਸੋ that will be discussed in the next video.